ਹੈਲੋ एवरीवन गर्ल्स ਆਪਾਂ ਸਟਾਰਟ ਕਰਨ ਲੱਗੇ ਹਾਂ ਜੀ ਅੱਜ ਮਾਈਟੋਕੌਂਡਰੀਅਲ ਇਨਹੈਰੀਟੈਂਸ ਐਂਡ ਮਾਈਟੋਕੌਂਡਰੀਅਲ ਇਨਹੈਰੀਟੈਂਸ ਇਨ ਈਸਟ as previous lecture 'ਚ what we have started ਜੀਨਸ ਦੋ ਜਗ੍ਹਾ 'ਤੇ ਪ੍ਰੈਜ਼ੈਂਟ ਹੁੰਦੇ ਆ ਪਹਿਲਾਂ ਨਿਊਕਲੀਅਸ ਦੇ ਅੰਦਰ ਕ੍ਰੋਮੋਸੋਮਸ ਦੇ ਅੰਦਰ ਜੀਨਸ ਇੱਕ ਐਕਸਟਰਾ ਨਿਊਕਲੀਅਰ ਜੀਨਸ ਵੀ ਪ੍ਰੈਜ਼ੈਂਟ ਹੁੰਦੇ ਆ ਫॉर ਐਗਜ਼ਾਮਪਲ ਪਲਾਂਟਸ 'ਚ ਕਲੋਰੋਪਲਾਸਟ ਅਤੇ ਕਲੋਰੋਪਲਾਸਟ ਦੇ ਅੰਦਰ ਡੀਐਨਏ ਅਤੇ ਡੀਐਨਏ 'ਤੇ ਜੀਨਸ ਹਿਊਮਨ ਐਨੀਮਲਸ ਈਸਟ ਦੇ ਅੰਦਰ ਮਾਈਟੋਕੌਂਡਰੀਆ ਦੇ ਅੰਦਰ ਡੀਐਨਏ ਅਤੇ ਡੀਐਨਏ 'ਤੇ ਜੀਨਸ ਠੀਕ ਹੈ ਜੀ। ਤਾਂ ਹੁਣ ਆਪਾਂ ਕਰਨਾ ਹੈ ਮਾਈਟੋਕੌਂਡਰੀਅਲ ਇਨਹੈਰੀਟੈਂਸ ਇਨ ਈਸਟ। ਤਾਂ ਈਸਟ ਕੀ ਹੈ? ਬੇਕਰਜ਼ ਈਸਟ, ਬ੍ਰੈਡ ਬਣਾਉਂਦੇ ਹੋ, ਐਲਕੋਹਲ ਬਣਦੀ ਹੈ, ਐਸੀਟਿਕ ਐਸਿਡ ਬਣਦਾ ਹੈ, ਕੇਕ ਬਣਦਾ ਹੈ। ਸੋ ਬੇਕਿੰਗ 'ਚ ਯੂਜ਼ ਹੋਣ ਵਾਲੀ ਈਸਟ ਦੈਟ ਇਜ਼ ਸੈਕਰੋਮਾਈਸਿਸ ਸੈਰਵਿਸਾਈ। ਕਿਹੜੀ ਈਸਟ ਹੈ ਜੀ? ਸੈਕਰੋਮਾਈਸਿਸ ਸੈਰਵਿਸਾਈ। ਤਾਂ ਹੁਣ ਅੱਗੇ ਗੱਲ ਕੀ ਹੈ ਕਿ ਜੋ ਈਸਟ ਹੈ ਸੈਕਰੋਮਾਈਸਿਸ ਸੈਰਵਿਸਾਈ ਇਹਦਾ ਇੱਕ ਸਟ੍ਰੇਨ ਹੁੰਦਾ ਮਿਊਟੈਂਟ ਸਟ੍ਰੇਨ। ਮਿਊਟੈਂਟ ਜਿਹੜਾ ਆਪਣੇ ਵਾਈਲਡ ਸਟ੍ਰੇਨਸ ਤੋਂ ਚੇਂਜ ਹੋਇਆ ਹੋਵੇ, ਕੁਛ ਨਾ ਕੁਛ ਜੈਨੇਟਿਕ ਕੋਡ ਚੇਂਜ ਹੋਏ ਹੋਣ। ਤਾਂ ਜਿਹੜਾ ਮਿਊਟੈਂਟ ਸਟ੍ਰੇਨ ਹੈ ਇਹ ਮੀਡੀਆ 'ਤੇ ਗਰੋ ਨਹੀਂ ਕਰ ਸਕਦਾ ਜਦੋਂ ਉਹਦੇ 'ਚ ਕੀ ਪ੍ਰੈਜ਼ੈਂਟ ਹੋਵੇ? ਗਲੂਕੋਜ਼। ਐਜ਼ ਅ ਰਿਜ਼ਲਟ ਗਰੋਥ ਘੱਟ ਹੋਊਗੀ ਤਾਂ ਜਿਹੜੀਆਂ ਕੌਲੋਨੀਜ਼ ਕੀ ਨੇ? ਸਮੌਲ ਬਣਨਗੀਆਂ। ਗਰੋਥ ਵੀ ਘੱਟ ਹੋਏਗੀ। ਸਿੰਸ ਮਾਈਟੋਕੌਂਡਰੀਆ ਦੀ ਗੱਲ ਕਰ ਰਹੇ ਹਾਂ ਤਾਂ ਮਾਈਟੋਕੌਂਡਰੀਆ 'ਚ ਕੀ ਹੁੰਦਾ? ਰੈਸਪੀਰੇਸ਼ਨ। ਅਤੇ ਜੇ ਮਾਈਟੋਕੌਂਡਰੀਆ ਦੇ ਜੀਨਸ 'ਚ ਕੋਈ ਡਿਫੈਕਟ ਹੈ ਤਾਂ ਤੁਹਾਡੇ ਕੋਲ ਰੈਸਪੀਰੇਟਰੀ ਸਿਸਟਮ ਵੀ ਕੀ ਹੋ ਜਾਏਗਾ? ਡਿਫੈਕਟਿਵ। ਰਾਈਟ। ਹੁਣ ਵਾਪਸ ਆਓ। ਇਹ ਦਿਸ ਇਜ਼ ਮੀਡੀਆ ਕੀ ਹੈ? ਇੱਕ ਤਰ੍ਹਾਂ ਦੇ ਫੁੱਲ ਨਿਊਟਰੀਐਂਟਸ ਜਿਹੜੇ ਤੁਸੀਂ ਮਾਈਕਰੋਬਸ ਨੂੰ ਦਿੰਦੇ ਹੋ ਸੋ ਡੈਟ ਮਾਈਕਰੋਬਸ ਉਹਨਾਂ 'ਤੇ ਗਰੋ ਕਰਨ। ਤਾਂ ਜਿਹੜਾ ਕਲਚਰ ਮੀਡੀਆ ਹੈ ਜਦੋਂ ਇਹਦੇ ਅੰਦਰ ਕੀ ਹੁੰਦਾ? ਗਲੂਕੋਜ਼। ਰਾਈਟ। ਗਲੂਕੋਜ਼ ਕੀ ਹੈ? ਕਾਰਬੋਹਾਈਡਰੇਟ। ਤਾਂ ਜਿਹੜੇ ਤਾਂ ਸੈਕਰੋਮਾਈਸਿਸ ਦੇ ਪਿਟਾਈਟ ਸਟ੍ਰੇਨਸ ਹੁੰਦੇ ਆ ਉਹਨਾਂ ਦੀਆਂ ਦੇਖੋ ਕੌਲੋਨੀਜ਼ ਕੀ ਹੈ? ਛੋਟੀਆਂ, ਸਮੋਲਰ ਵਨਸ। ਐਂਡ ਜਿਹੜੇ ਵਾਈਲਡ ਟਾਈਪ ਹੁੰਦੇ ਆ ਉਹਨਾਂ ਦੀਆਂ ਕੌਲੋਨੀਜ਼ ਕੀ ਹੈ? ਲਾਰਜਰ ਵਨ। ਯਾਨੀ ਕਿ ਇਹਨਾਂ ਦੀ ਗਰੋਥ ਜ਼ਿਆਦਾ ਹੈ, ਇਹਨਾਂ ਦੀ ਗਰੋਥ ਘੱਟ ਹੈ। ਫੋਰ ਐਗਜ਼ਾਮਪਲ ਐਜ਼ ਵੀ ਸੇ ਪਿਟਾਈਟ ਪਰਸਨ, ਪਤਲਾ ਪਰਸਨ, ਤਾਂ ਪਤਲੀਆਂ ਕੌਲੋਨੀਜ਼ ਕਦੋਂ ਆਈਆਂ? ਜਦੋਂ ਮਾਈਟੋਕੌਂਡਰੀਆ 'ਚ ਕਿਸੇ ਜੀਨਸ ਡਿਫੈਕਟਿਵ ਸੀਗੇ। ਓਕੇ। ਤਾਂ ਸਭ ਤੋਂ ਪਹਿਲਾਂ ਈਸਟ ਨੂੰ ਆਪਾਂ ਯੂਜ਼ ਕਰਦੇ ਹਾਂ ਫਰਮੈਂਟੇਸ਼ਨਸ ਲਈ। ਈਸਟ ਕਿਸ ਚੀਜ਼ ਨਾਲ ਗਰੋ ਕਰ ਸਕਦੀ? ਫਰਮੈਂਟੇਸ਼ਨ ਨਾਲ ਵੀ ਐਂਡ ਐਰੋਬਿਕ ਮੈਕੈਨਿਜ਼ਮਸ ਨਾਲ। ਐਂਡ ਜਦੋਂ ਐਰੋਬਿਕ ਮੈਕੈਨਿਜ਼ਮਸ ਨਾਲ ਗਰੋ ਕਰਦੀ ਹੈ, ਫਾਸਟ ਗਰੋ ਕਰਦੀ ਹੈ, ਤਾਂ ਉਦੋਂ ਜਿਹੜੇ ਉਹਦੇ ਸੋਲਿਡ ਮੀਡੀਆ 'ਤੇ ਸੈਲਸ ਬਣਦੇ ਆ, ਸਿੰਗਲ ਸੈਲਸ ਬਣਦੇ ਆ। ਬਟ ਸਿੰਸ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਕੋਲ ਜਿਹੜੇ ਮਾਈਟੋਕੌਂਡਰੀਅਲ ਜੀਨਸ ਹੈ ਉਹਨਾਂ ਦੇ ਅੰਦਰ ਕੁਛ ਮਿਊਟੇਸ਼ਨਸ ਕਰਕੇ, ਮਿਊਟੇਸ਼ਨਸ ਕਿਹੜੀਆਂ ਨੇ ਵਿਲ ਸਟੱਡੀ ਅਹੈਡ, ਜਿਹੜੀ ਈਸਟ ਹੈ ਉਹਦੀਆਂ ਕੌਲੋਨੀਜ਼ ਸਮੋਲਰ ਵਨ ਆ ਜਾਂਦੀਆਂ। ਐਂਡ ਕੌਲੋਨੀਜ਼ ਕੀ ਨੇ? ਕੌਲੋਨੀਜ਼ ਆਰ ਦਾ ਸਿਮਿਲਰ ਟਾਈਪ ਆਫ ਸੈਲਸ। ਇੱਕੋ ਹੀ ਸੈੱਲ ਤੋਂ ਗਰੋ ਹੋਈਆਂ ਵੀਆਂ ਅਦਰ ਸੈਲਸ ਜਿਹੜੇ ਇੱਕ ਸੈੱਲ ਦੀ ਗਰੋਥ ਕਰਕੇ ਹੀ ਫੋਰਮ ਹੋਈ ਹੈ। ਇਨ ਸਿਮਿਲਰ ਗਰੋਥ ਸੈਲਸ ਵਿਦ ਸੇਮ ਜੈਨੇਟਿਕ ਮੇਕਅਪ ਇੱਕ ਛੋਟੀ ਜਿਹੀ ਕੌਲੋਨੀ ਫੋਰਮ ਕਰਦੇ ਆ। ਨੈਕਸਟ ਸਲਾਈਡ ਵੀ ਹੈਵ ਸਟੱਡੀਡ। ਕੀ ਪੜ੍ਹ ਕੇ ਆਏ ਆ? ਪਿਟਾਈਟ ਈਸਟ, ਪਤਲੀ ਈਸਟ, ਸੈਕਰੋਮਾਈਸਿਸ ਸੈਰਵਿਸਾਈ, ਕੌਲੋਨੀਜ਼ ਛੋਟੀਆਂ ਹੁੰਦੀਆਂ ਨੇ, ਡਿਫੈਕਟਿਵ ਰੈਸਪੀਰੇਟਰੀ ਮੈਕੈਨਿਜ਼ਮ ਹੁੰਦਾ। ਹੁਣ ਵਾਈਲਡ ਈਸਟ ਜਾਂ ਗ੍ਰੈਂਡ ਈਸਟ ਤੋਂ ਕਿਵੇਂ ਡਿਫਰ ਕਰਦੀ ਹੈ? ਸਿੰਸ ਮਾਈਟੋਕੌਂਡਰੀਆ ਕੀ ਕਰਦਾ? ਮਾਈਟੋਕੌਂਡਰੀਆ ਦੇ ਅੰਦਰ ਕੀ ਆਪਰੇਟ ਕਰਦਾ? ਕ੍ਰੈਬ ਸਾਈਕਲ ਕਦੋਂ ਆਪਰੇਟ ਕਰਦਾ? ਜਦੋਂ ਆਕਸੀਜਨ ਪ੍ਰੈਜ਼ੈਂਟ ਹੁੰਦੀ ਹੈ। ਅਤੇ ਜੇ ਮਾਈਟੋਕੌਂਡਰੀਆ ਦੇ ਹੀ ਜੀਨਸ 'ਚ ਮਿਊਟੇਸ਼ਨ ਹੈ ਤਾਂ ਰੈਸਪੀਰੇਸ਼ਨ ਨੂੰ ਕੋਈ ਰੋਕੂਗਾ? ਓਬਵੀਅਸ ਰੈਸਪੀਰੇਸ਼ਨ ਘੱਟ ਹੋ ਰਿਹਾ ਹੋਊਗਾ ਤਾਂ ਰੈਸਪੀਰੇਟਰੀ ਇਨਹਿਬਿਟਰਸ ਵੀ ਘੱਟ ਰੋਕ ਸਕਦੇ ਆ। ਉਸੇ ਤਰ੍ਹਾਂ ਰੈਸਪੀਰੇਸ਼ਨ ਦੀਆਂ ਐਂਜ਼ਾਈਮਸ ਕਿਹੜੀਆਂ ਨੇ? ਸਾਈਟੋਕ੍ਰੋਮ A1, A3 ਐਂਡ B। ਜੇ ਮਾਈਟੋਕੌਂਡਰੀਅਲ ਜੀਨਸ ਮਿਊਟੈਂਟ ਨੇ ਤਾਂ ਆਕਸੀਜਨ ਜਾਂ ਜਿਹੜੀਆਂ ਜੀਨਸ ਨੇ ਇਹ ਰੈਸਪੀਰੇਟਰੀ ਇਨਹਿਬਿਟਰਸ ਇਹਨਾਂ ਨੂੰ ਕੁਛ ਫਰਕ ਨਹੀਂ ਪਾ ਸਕਦੇ। ਮਾਈਟੋਕੌਂਡਰੀਆ ਡਿਵੈਲਪ ਨਹੀਂ ਹੁੰਦੇ ਐਂਡ ਸਟੇਨੇਬਿਲਿਟੀ ਘੱਟ ਹੁੰਦੀ ਹੈ। ਨੈਕਸਟ ਇਜ਼ ਹੁਣ
sorry, it's written classification of mitochondria, it's classification of peptide yeast, गलत लिखा गया। ਤਾਂ ਪਟਾਈਟ ਈਸਟ ਪਹਿਲਾਂ ਦੋ ਤਰ੍ਹਾਂ ਦੀ ਹੁੰਦੀ ਹੈ, ਪਹਿਲੀ ਹੈ ਸੈਗਰੀਗੇਸ਼ਨਲ, ਦੂਸਰੀ ਹੈ ਨੋਨ ਸੈਗਰੀਗੇਸ਼ਨਲ। ਸੈਗਰੀਗੇਸ਼ਨਲ ਕਿਹੜੀ ਹੈ? ਸੈਗਰੀਗੇਸ਼ਨਲ ਈਸਟ ਹੈ ਸੈੱਲ ਦੇ ਅੰਦਰ ਨਿਊਕਲੀਅਸ, ਐਂਡ ਜਦੋਂ ਕॉलोनीज़ ਦਾ ਬਣਨ ਪਟਾਈਟ ਹੀ, ਪਰ ਬਣਨ ਕਿਹੜੇ ਜੀਨਸ ਕਰਕੇ? ਨਿਊਕਲੀਅਸ ਦੇ ਨਿਊਕਲੀਅਰ ਜੀਨਸ ਕਰਕੇ। ਤਾਂ ਉਹ ਕਿਹੜੀਆਂ ਕॉलोनीज़ ਆਉਂਦੀਆਂ ਨੇ? ਸੈਗਰੀਗੇਸ਼ਨਲ ਕॉलोनीज़। ਦੂਸਰੀਆਂ ਕਿਹੜੀਆਂ ਨੇ? ਨੋਨ ਸੈਗਰੀਗੇਸ਼ਨਲ ਕॉलोनीज़। ਤਾਂ ਨੋਨ ਸੈਗਰੀਗੇਸ਼ਨਲ ਪੈਟਾਈਟਸ ਕਦੋਂ ਹੁੰਦੀਆਂ ਨੇ? ਜਦੋਂ ਮਾਈਟੋਕੌਂਡਰੀਅਲ ਜੀਨਸ ਦੇ ਵਿੱਚ ਕੁਝ ਚੇਂਜਸ ਹੋਣ ਜਾਂ ਉਹਨਾਂ ਦਾ ਲਾਸ ਹੋ ਜਾਏ। ਰਾਈਟ, ਨੈਕਸਟ ਸਲਾਈਡ 'ਤੇ ਚਲੀਏ। ਨੈਕਸਟ ਸਲਾਈਡ ਹੈ ਹੁਣ ਨੋਨ ਸੈਗਰੀਗੇਸ਼ਨਲ ਪੈਟਾਈਟਸ ਅੱਗੇ ਦੋ ਤਰ੍ਹਾਂ ਦੇ ਨੇ। ਨੰਬਰ 1 ਆਰ ਨਿਊਟਰਲ ਪੈਟਾਈਟਸ। ਇਟ ਇਜ਼ ਨਿਊਟਰਲ ਪੈਟਾਈਟ। ਨਿਊਟਰਲ ਪੈਟਾਈਟ ਕੀ ਹੈ? ਜਿਨ੍ਹਾਂ 'ਚ ਕੋਈ ਰੋ ਫੈਕਟਰ ਨਹੀਂ ਹੁੰਦਾ, ਜੀਨ ਹੀ ਹੈ ਨਹੀਂ ਗੇ ਰੋ ਫੈਕਟਰ ਬਣਾਉਣ ਲਈ। ਸੁਪਰੈਸਿਵ ਪੈਟਾਈਟ ਕੀ ਹੈ? ਜੀਨਸ ਤਾਂ ਹੈ ਪਰ ਰੋ ਫੈਕਟਰ ਕਿਹੜਾ? ਮਿਊਟੇਟਿਡ। ਹੁਣ ਰੋ ਫੈਕਟਰ ਕੀ ਹੈ? ਇੱਕ ਸਾਈਟੋਪਲਾਜ਼ਮਿਕ ਪ੍ਰੋਟੀਨ ਹੈ ਜਿਹਨੂੰ ਮਾਈਟੋਕੌਂਡਰੀਅਲ ਜੀਨਸ ਕੀ ਕਰਦੇ ਨੇ? ਕੋਡ ਕਰਦੇ ਨੇ। ਓਕੇ, ਹੁਣ ਆਪਾਂ ਕਰਾਉਣਾ ਕ੍ਰੋਸ। ਕਿਹਦਾ? ਪਹਿਲਾ ਕੇਸ ਕੀ ਹੈ ਕਿ ਜਦੋਂ ਤੁਸੀਂ ਨੋਰਮਲ ਮਾਈਟੋਕੌਂਡਰੀਆ ਨੂੰ ਕ੍ਰੋਸ ਕਰਾਉਂਦੇ ਹੋ ਪਟਾਈਟ ਮਾਈਟੋਕੌਂਡਰੀਆ, ਸਾਈਟੋਪਲਾਜ਼ਮ ਦੋਵਾਂ 'ਚੋਂ ਆ ਰਹੇ ਹੈ, ਤਾਂ ਤੁਸੀਂ ਦੇਖੋ ਜਿਹੜਾ ਡਿਪਲੋਇਡ ਜ਼ਾਈਗੋਟ ਬਣਿਆ, ਇਟ ਹੈਜ਼ ਬੋਥ ਟਾਈਪ ਆਫ ਮਾਈਟੋਕੌਂਡਰੀਆ, ਨੋਰਮਲ ਵਨ ਐਂਡ ਅਨਦਰ ਵਨ ਇਜ਼ ਪਟਾਈਟ। ਤਾਂ ਇਹ ਡਿਪਲੋਇਡ ਤੋਂ ਫਰਦਰ ਮੀਓਸਿਸ ਦੇ ਨਾਲ ਜਦੋਂ ਹੈਪਲੋਇਡ ਬਣੇ ਤਾਂ ਸਾਰੇ ਦੇ ਸਾਰੇ ਸੈਲਸ ਰੈਸਪੀਰੇਸ਼ਨ ਵਾਈਜ਼ ਠੀਕ ਆਏ। ਕਿਉਂ? ਕਿਉਂਕਿ ਸਾਰਿਆਂ ਕੋਲੇ ਕਿਤੇ ਨਾ ਕਿਤੇ ਕਿਹੜੇ ਟਾਈਪ ਦਾ ਮਾਈਟੋਕੌਂਡਰੀਆ ਚਲਾ ਗਿਆ? ਨੋਰਮਲ। ਅਤੇ ਪਟਾਈਟ ਮਾਈਟੋਕੌਂਡਰੀਆ ਆਲਦੋ ਪ੍ਰੈਜ਼ੈਂਟ ਸੀ, ਪਰ ਨੋਰਮਲ ਮਾਈਟੋਕੌਂਡਰੀਆ ਕੀ ਕਰ ਰਿਹਾ ਹੈ? ਵਾਟ ਇਟ ਇਜ਼ ਡੂਇੰਗ? ਦਿਸ ਨੋਰਮਲ ਮਾਈਟੋਕੌਂਡਰੀਆ ਸਿੰਥੇਸਾਈਜ਼ਿੰਗ ਰੋ ਫੈਕਟਰ ਬਣ ਰਿਹਾ, ਤਾਂ ਗਰੋਥ ਉਹਨਾਂ ਦੀ ਬਿਲਕੁਲ ਠੀਕ ਆ ਰਹੀ ਹੈ। ਠੀਕ ਹੈ। ਸੈਕਿੰਡ ਕੇਸ ਆਪਣੇ ਕੋਲ ਕੀ ਹੈ? ਜਿੱਥੇ ਹੁਣ ਯੂ ਹੈਵ ਆ ਦਿਸ ਡਿਪਲੋਇਡ ਸੈੱਲ ਜਿਹਦੇ 'ਚ ਦੋਨੋਂ ਤਰ੍ਹਾਂ ਦੇ ਮਾਈਟੋਕੌਂਡਰੀਆ। ਇਹ ਡਿਪਲੋਇਡ ਸੈੱਲ ਦੀਆਂ ਜਦੋਂ ਤੁਸੀਂ ਮਿਊਟੇਸ਼ਨਸ ਕਰਾਉਣੇ, ਇਹ ਤੁਸੀਂ ਕੀ ਕਿਹਾ? ਮੀਓਸਿਸ। ਇਹ ਕੀ ਬਣੇ? ਸਪੋਰਸ। ਰਾਈਟ। ਇਹਨਾਂ ਦੇ ਜਦੋਂ ਤੁਸੀਂ ਮਾਈਟੋਸਿਸ ਕਰਾਉਂਦੇ ਹੋ, ਡਿਵੀਜ਼ਨਸ ਐਂਡ ਆਫਟਰ ਸਮ ਡਿਵੀਜ਼ਨਸ ਕੁਛ ਕੁ ਸੈਲਸ ਤਾਂ ਰੈਸਪੀਰੇਸ਼ਨ ਜਾਂ ਗਰੋਥ 'ਚ ਗੁੱਡ ਰਹਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਦਾ ਜਿਹੜਾ ਮਾਈਟੋਕੌਂਡਰੀਆ that one has a normal mitochondria too and another one is peptide mitochondria too. But कुछ divisions के बाद what you get is peptide colonies as well as in fully respiratory proficient colonies too. So अगले दो crosses ਜਿਹੜੇ ਤੁਹਾਡੇ ਬੁੱਕ 'ਚ ਹੋਣਗੇ, ਪਹਿਲਾ cross ਤਾਂ ਹੋਏਗਾ ਈਸਟ ਸੈੱਲ ਦਾ। ਠੀਕ ਹੈ ਜੀ, ਈਸਟ ਸੈੱਲ ਦਾ ਫਸਟ ਕ੍ਰਾਸ ਹੈ। ਠੀਕ ਹੈ, ਨੋਰਮਲ ਈਸਟ ਸੈੱਲ, ਨੋਰਮਲ ਯਾਨੀ ਕਿ ਸਭ ਕੁਛ ਨੋਰਮਲ ਹੈ। ਸੈਗਰੀਗੇਸ਼ਨ ਨਾਲ ਪਟਾਈਟਸ ਨਾਲ। ਸੈਗਰੀਗੇਸ਼ਨਲ ਕਿਹੜੇ? ਜਿਨ੍ਹਾਂ ਦੇ ਨਿਊਕਲੀਅਰ ਜੀਨਸ ਕੀ ਸੀਗੇ? ਮਿਊਟੇਟਿਡ ਸੀ, ਯਾਨੀ ਕਿ ਨਿਊਕਲੀਅਸ ਜੀਨ। ਮਾਈਟੋਕੌਂਡਰੀਆ ਬਿਲਕੁਲ ਠੀਕ ਹੈ ਬਟ ਨਿਊਕਲੀਅਸ ਦੀ ਪ੍ਰੋਬਲਮ ਹੈ। ਤਾਂ ਇਹਨਾਂ ਦੇ ਜਿਹੜੇ ਫਾਈਨਲੀ ਸਪੋਰਸ ਬਣਨਗੇ ਉਹ ਹਾਫ ਹੋਣਗੇ, ਹਾਫ ਪਟਾਈਟ ਹੋਣਗੇ ਅਤੇ ਹਾਫ ਨੋਰਮਲ ਹੋਣਗੇ। ਕੰਸਲਟ ਯੂਰ ਬੁੱਕ ਫॉर ਦਿਸ। ਨੈਕਸਟ ਹੋਣਗੇ ਨਿਊਟਰਲ ਪਟਾਈਟਸ, ਜਿਹਦੇ 'ਚ ਇੱਕ ਹੈਪਲੋਇਡ ਪਟਾਈਟ ਹੈ, ਇੱਕ ਹੈਪਲੋਇਡ ਨੋਰਮਲ ਹੈ, ਜਿਹੜਾ ਕੇਸ ਆਪਾਂ ਇਹ ਕੀਤਾ ਦਿਸ ਵਨ। ਅਤੇ ਥਰਡ ਕੇਸ ਹੈ ਸੁਪਰੈਸਿਵ ਪਟਾਈਟਸ ਦਾ। ਸੁਪਰੈਸਿਵ ਪਟਾਈਟ ਕਿਹੜੇ ਸੀ? ਜਿੱਥੇ ਰੋ ਫੈਕਟਰ ਹੀ ਨਹੀਂ ਬਣ ਰਿਹਾ ਸੀ, ਰੋ ਫੈਕਟਰ ਮਿਊਟੈਂਟ ਸੀ। ਤਾਂ ਸੁਪਰੈਸਿਵ ਪਟਾਈਟ ਦਾ ਤੁਸੀਂ ਕ੍ਰੋਸ ਕਰਨਾ ਹੈਪਲੋਇਡ ਨੋਰਮਲ ਦੇ ਨਾਲ। ਤਾਂ ਇਹਦੇ 'ਚ ਕੁਛ ਐਸਕੋਸਪੋਰਸ ਕਿਹੜੇ ਨੇ? ਫੁੱਲੀ ਰੈਸਪੀਰੇਟਰੀ ਪ੍ਰੋਫੀਸ਼ੀਐਂਟ ਬਣ ਜਾਣਗੇ। ਕੁਛ ਐਸਕੋਸਪੋਰਸ ਕਿਹੜੇ ਨੇ? ਜਿਹੜੇ ਫੁੱਲੀ ਪਟਾਈਟ ਬਣ ਜਾਣਗੇ। ਸੋ ਵਿਦ ਦਿਸ ਆਪਾਂ ਕਨਕਲੂਡ ਕਰਾਂਗੇ mitochondrial inheritance in the yeast. This is where you have a one haploid suppressive peptide
ਜਿਹੜੀ ਆਪਾਂ ਫਸਟ ਗੱਲ ਕੀਤੀ ਸੀ, ਠੀਕ ਹੈ। ਸੁਪਰੈਸਿਵ ਪੈਟਾਈਟ, ਸੌਰੀ ਲਾਸਟ ਵਨ, ਜਿੱਥੇ ਸੁਪਰੈਸਿਵ ਪੈਟਾਈਟ ਨੂੰ ਆਪਾਂ ਹੈਪਲੋਇਡ ਵਾਈਲਡ ਟਾਈਪ ਨਾਲ ਕ੍ਰੋਸ ਕਰਾ ਰਹੇ ਸੀ। ਐਂਡ ਤੁਹਾਡੇ ਕੋਲ ਚਾਰੀਆਂ ਦੇ ਚਾਰੀਆਂ ਜਿਹੜੀਆਂ ਕਾਲੋਨੀਜ਼ ਬਣ ਰਹੀਆਂ ਨੇ, ਕਿਹੜੀਆਂ ਬਣ ਰਹੀਆਂ ਨੇ? ਪੈਟਾਈਟਸ। ਸੋ ਕੰਸਲਟ ਯੂਰ ਬੁੱਕ if you have any problem, we'll discuss it. Have a good day, girls, and stay